माँ बनना बहुत ही खूबसूरत एहसास है। किसी ने ठीक ही किया है, एक माँ ते एक रब, बाकी सब पराया जग। ते जे कोई इस सुख तो वंचित है ਤਾਂ ਘਬਰਾਉਣ ਦੀ ਕੋਈ ਲੋੜ ਨਹੀਂ। ਅੱਜ ਸਾਡੇ ਸਟੂਡੀਓ ਵਿੱਚ ਡਾਕਟਰ SPS ਵਿਰਕ ਲੈਬ ਐਂਡ ਸਾਇੰਟੀਫਿਕ ਡਾਇਰੈਕਟਰ ਆਏ ਹੋਏ ਨੇ, ਜਿਹੜੇ ਕਿ ਸਾਡੀ ਇਸ ਸਮੱਸਿਆ ਦਾ ਹੱਲ ਕਰਨਗੇ। ਬੇਔਲਾਦਪਨ ਕੀ ਹੁੰਦਾ ਹੈ? ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਡਾਕਟਰ ਸਾਹਿਬ, ਕਈ ਵਾਰੀ ਅਕਸਰ ਸੁਣਦੇ ਹਾਂ ਅਸੀਂ ਕਿ ਬੱਚਾ ਨਹੀਂ ਹੋਇਆ, ਉਹ ਬੇਔਲਾਦ ਹੈ, ਉਹ ਬੇਔਲਾਦ ਹੈ। ਇਹ ਬੇਔਲਾਦਪਨ ਹੁੰਦਾ ਕੀ ਐਕਚੁਅਲੀ? ਬੇਔਲਾਦਪਨ ਦੀ ਜਿਹੜੀ WHO ਦੀ ਡੈਫੀਨੇਸ਼ਨ ਆ, ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਹੈ, ਉਹ ਇਹ ਆ ਵੀ ਕੋਈ ਵੀ ਕਪਲ 1 ਸਾਲ ਤੱਕ ਆਪਸੀ ਸੰਭੋਗ ਰਾਹੀਂ ਸੰਤਾਨ ਸੁਖ ਦੀ ਪ੍ਰਾਪਤੀ ਕਰਨ ਦੀ ਕੋਸ਼ਿਸ਼ ਕਰੇ ਅਤੇ ਸੰਤਾਨ ਸੁਖ ਦੀ ਪ੍ਰਾਪਤੀ ਕਰਨ 'ਚ ਅਸਮਰਥ ਰਵੇ, 1 ਸਾਲ ਕੋਸ਼ਿਸ਼ ਕਰੇ, ਅਤੇ ਜੇ ਉਹ ਨਾ ਕਰ ਸਕੇ ਤਾਂ ਉਹਨੂੰ ਅਸੀਂ ਬੇਔਲਾਦਪਨ ਦੀ ਕੈਟਾਗਰੀ 'ਚ ਲੈ ਜਾਂਦੇ ਹਾਂ। ਸਾਡੇ ਕੋਲ ਇਸ ਤਰ੍ਹਾਂ ਦੇ ਪੇਸ਼ੈਂਟਸ ਵੀ ਆਏ ਆ ਜਿਹੜੇ ਕਿ ਪਿਛਲੇ 40 ਸਾਲ ਇਕੱਠੇ ਰਹਿਣ ਦੇ ਬਾਵਜੂਦ ਉਹ ਸੰਤਾਨ ਸੁਖ ਦੀ ਪ੍ਰਾਪਤੀ ਨਹੀਂ ਕਰ ਪਾਏ। ਸੋ ਕੋਈ ਵੀ ਜੋੜਾ ਜਿਹੜਾ ਆਪਸੀ ਸੰਭੋਗ ਰਾਹੀਂ ਸੰਤਾਨ ਸੁਖ ਦੀ ਪ੍ਰਾਪਤੀ ਨਹੀਂ ਕਰ ਸਕਦਾ, ਉਹ ਬੇਔਲਾਦਪਨ ਦੀ ਕੈਟਾਗਰੀ 'ਚ ਐਂਡ ਬੇਔਲਾਦਪਨ ਹੈ ਵੀ ਇਹ ਹੀ। ਡਾਕਟਰ ਸਾਹਿਬ, ਬੇਔਲਾਦਪਨ ਦਾ ਕੀ ਇਲਾਜ ਹੈ ਤੁਹਾਡੇ ਕੋਲ? ਤੁਸੀਂ ਇਹਨਾਂ ਦੀ ਕਿਸ ਤਰ੍ਹਾਂ ਮਤਲਬ ਹੈਲਪ ਕਰ ਸਕਦੇ ਹੋ, ਸਾਡੇ ਦਰਸ਼ਕਾਂ ਨੂੰ ਦੱਸੋ। ਬੇਔਲਾਦਪਨ ਦੇ ਇਲਾਜ 'ਤੇ ਆਉਣ ਤੋਂ ਪਹਿਲਾਂ ਮੈਂ ਬੇਔਲਾਦਪਨ ਕਿੰਨਾ ਕਾਰਨਾਂ ਕਰਕੇ ਬੇਔਲਾਦਪਨ ਸਾਡੇ ਸ੍ਰਿਸ਼ਟੀ ਦੇ ਵਿੱਚ ਆਇਆ ਆ, ਪਹਿਲਾਂ ਮੈਂ ਉਹਦੇ ਉੱਤੇ ਥੋੜ੍ਹਾ ਜਿਹਾ ਚਾਨਣ ਪਾ ਦੇਵਾਂ। ਜੀ। ਦੇਖਣ 'ਚ ਆਇਆ ਆ ਕਿ ਪਿਛਲੇ ਕੋਈ ਹੈਗਾ ਤੇ ਇਨਫਰਟੀਲਿਟੀ ਜਿਹੜਾ ਬੇਔਲਾਦਪਨ ਆ, ਜਦੋਂ ਤੋਂ ਸਿਵਲਾਈਜੇਸ਼ਨ ਸ਼ੁਰੂ ਹੋਈ ਆ ਉਦੋਂ ਤੋਂ ਹੀ ਮੀਨਸ ਜ਼ਰੂਰੀ ਨਹੀਂ ਹੈ ਵੀ ਜਿੰਨੇ ਵੀ ਜੋੜੇ ਜਿਹੜੇ ਇਕੱਠੇ ਰਹਿ ਰਹੇ ਉਹਨਾਂ ਦੇ ਬੱਚਾ ਹੋਵੇ, ਪਰ ਜਿਉਂ-ਜਿਉਂ ਮਾਡਰਨ ਲਾਈਫ ਆਇਆ ਪਿਛਲੇ 50 ਸਾਲ 100 ਸਾਲ ਦੇ ਵਿੱਚ ਦੇਖਣ 'ਚ ਆਇਆ ਵੀ ਇਹਦੀ ਜਿਹੜੀ ਫਰੀਕੁਐਂਸੀ ਹੈ ਅੱਗੇ ਆ ਵੀ 100 ਕਪਲਸ ਦੇ ਪਿੱਛੇ 5% 8% ਇਨਫਰਟਾਈਲ ਕਪਲਸ ਹੁੰਦੇ ਸਨ, ਬੇਔਲਾਦ ਜੋੜੇ ਹੁੰਦੇ ਸਨ। ਬਟ ਪਿਛਲੇ ਕੋਈ 20-25 ਸਾਲਾਂ 'ਚ ਦੇਖਣ 'ਚ ਆਇਆ ਡਿਊ ਟੂ ਦਾ ਮਾਡਰਨ ਲਾਈਫ ਐਂਡ ਸਟ੍ਰੈਸਫੁਲ ਲਿਵਿੰਗ, ਜਿਸ ਤਰ੍ਹਾਂ ਦੇ ਅੱਜ ਕੱਲ੍ਹ ਦੀ ਭੱਜ ਦੌੜ ਮਚੀ ਹੋਈ ਆ, ਲੋਕਾਂ ਕੋਲ ਲੇਟ ਮੈਰਿਜਸ, ਫਿਰ ਜਿਹੜਾ ਡਰੈਸਿੰਗ ਸੈਂਸ ਆ ਮੇਲਸ ਦੇ ਵਿੱਚ ਟਾਈਟ ਜੀਨਸ ਪਾਉਣੀਆਂ, ਇਹ ਪਲੱਸ ਸਟ੍ਰੈਸਫੁਲ ਲਿਵਿੰਗ, ਅਡਲਟਰੇਟਡ ਫੂਡ ਐਂਡ ਡਰੱਗਸ, ਇਹ ਸਾਰੇ ਕਾਰਨ ਜਦੋਂ ਦੇਖਣ 'ਚ ਆਏ ਅਤੇ ਇਹਦੇ ਨਾਲ ਬੇਔਲਾਦਪਨ ਦਾ ਦਰ ਦਿਨ ਬ ਦਿਨ ਇਟ ਇਜ਼ ਇਨਕਰੀਜ਼ਿੰਗ ਐਟ ਏ ਅਲਾਰਮਿੰਗ ਰੇਟ, ਜਿਹੜਾ ਕਿ ਪਹਿਲਾਂ 5-8% ਸੀ, ਹੁਣ ਦੇਖਣ 'ਚ ਆਏ ਇਨ ਦਾ ਲਾਸਟ 5 years ਇਹ ਕੋਈ 18 ਤੋਂ 20% ਤੇ ਚਲੇ ਗਿਆ ਆ, ਵਿਚ ਇਜ਼ ਵੈਰੀ ਡੇਂਜਰਸ। ਐਂਡ ਮੁੱਖ ਕਾਰਨ ਜੇ ਅਸੀਂ ਲੱਭੀਏ ਤਾਂ ਉਹਦੇ ਵਿੱਚ ਔਰਤਾਂ ਦੇ ਵਿੱਚ ਦੇਖਣ 'ਚ ਆਇਆ ਆ ਕਿ ਟਿਊਬਾਂ ਦਾ ਬਲੌਕ ਹੋਣਾ, ਦੋਵੇਂ ਟਿਊਬਾਂ ਦਾ ਬਲੌਕ ਹੋਣਾ, ਕਿਉਂਕਿ ਬੱਚਾ ਪੈਦਾ ਕਰਨ ਵਾਸਤੇ ਇੱਕ ਬਹੁਤ ਇੰਪੋਰਟੈਂਟ ਆ ਵੀ ਅੰਡਾ ਓਵਰੀਜ਼ ਦੇ ਵਿੱਚ ਬਣਦਾ ਹੈ, ਅੰਡਕੋਸ਼ 'ਚ, ਉੱਥੋਂ ਰਿਲੀਜ਼ ਹੋ ਕੇ ਉਹ ਟਿਊਬ 'ਚ ਆਉਂਦਾ ਹੈ। ਐਂਡ ਉਸ ਵੇਲੇ ਜੇ ਆਪਸੀ ਸੰਭੋਗ ਰਾਹੀਂ ਸਪਰਮ ਉਹਦੇ ਪਾਰਟਨਰ ਦਾ, ਲੇਡੀ ਦਾ, ਟਿਊਬ 'ਚ ਪਹੁੰਚ ਜਾਏ ਅਤੇ ਉਹ ਆਪਸ 'ਚ ਮਿਲ ਜਾਂਦੇ ਆ, ਫਰਟੀਲਾਈਜੇਸ਼ਨ ਹੋ ਜਾਂਦੀ ਹੈ ਅਤੇ ਬੱਚਾ ਹੋ ਜਾਂਦਾ ਹੈ। ਪਰ ਜੇ ਟਿਊਬਸ ਹੀ ਬਲੌਕ ਹੋਣ ਦੋਵੇਂ ਅਤੇ ਫਿਰ ਸਪਰਮ ਅਤੇ ਐਗ ਮਿਲ ਹੀ ਨਹੀਂ ਸਕਦੇ। ਸੋ ਇੱਕ ਮੁੱਖ ਕਾਰਨ ਆ ਛੋਟੀ ਉਮਰ 'ਚ ਹੀ 30 ਸਾਲ 25 ਸਾਲ ਇਹਦੇ ਵਿੱਚ ਹੀ ਅਸੀਂ ਦੇਖਿਆ ਆ ਆਪਣੇ ਕੇਂਦਰ ਦੇ ਵਿੱਚ ਕਿ ਕਾਫੀ ਲੇਡੀਜ਼ ਆ ਰਹੀਆਂ ਜਿਨ੍ਹਾਂ ਦੇ ਵਿੱਚ ਅੰਡੇ ਨਹੀਂ ਬਣ ਰਹੇ। ਸੋ ਇਹ ਵੀ ਇੱਕ ਮੁੱਖ ਕਾਰਨ ਆ। ਇਸ ਤੋਂ ਇਲਾਵਾ ਬੱਚੇਦਾਨੀ ਦੇ ਅੰਦਰ ਰਸੌਲੀਆਂ ਦਾ ਹੋਣਾ, ਫਾਈਬਰੋਇਡਸ, ਸਿਸਟਸ, ਐਂਡੋਮੈਟਰੀਓਸਿਸ, ਇਹ ਵੀ ਇੱਕ ਮੁੱਖ ਕਾਰਨ ਆ। ਇਸ ਤੋਂ ਇਲਾਵਾ PCOD, ਪੋਲੀਸਿਸਟਿਕ ਓਵੇਰੀਅਨ ਡਿਸਆਰਡਰ ਕਹਿੰਦੇ ਉਹਨੂੰ, ਇਹ ਜਿਹੜਾ ਕਾਰਨ ਹੈ PCOD, PCO, ਇਹ ਸਾਡੇ ਕੇਂਦਰ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਦੇਖਿਆ ਗਿਆ ਹੈ ਵੀ 50% ਤੋਂ ਵੀ ਉੱਤੇ ਲੇਡੀਜ਼ ਜਿਹੜੀਆਂ ਉਹ ਪੋਲੀਸਿਸਟਿਕ ਓਵੇਰੀਅਨ ਡਿਸਆਰਡਰ ਨਾਲ ਪ੍ਰਭਾਵਿਤ ਆ। ਐਂਡ ਇਹ ਵੀ ਇੱਕ ਮੁੱਖ ਕਾਰਨ ਆ ਔਰਤਾਂ ਦੇ ਵਿੱਚ ਬੇਔਲਾਦਪਨ ਦਾ। ਮਰਦਾਂ ਦੇ ਵਿੱਚ ਬੇਔਲਾਦਪਨ ਦਾ ਜਿਹੜਾ ਮੁੱਖ ਕਾਰਨ ਆ ਉਹ ਆ ਸ਼ੁਕਰਾਣੂਆਂ ਦਾ ਨਾ ਹੋਣਾ, ਸਪਰਮਸ ਦਾ ਨਾ ਹੋਣਾ, ਜਾਂ ਸਪਰਮਸ ਦਾ ਘੱਟ ਹੋਣਾ, ਜਾਂ 5% ਪੇਸ਼ੈਂਟਸ 'ਚ ਦੇਖਣ 'ਚ ਆਇਆ ਵੀ ਸਪਰਮਸ ਵੀ ਪੂਰੇ ਆ, ਠੀਕ ਹੈਗਾ, ਬਟ
ਇਨਏਬਿਲਿਟੀ ਇਨ ਸੈਕਸ਼ੂਅਲ ਇੰਟਰਕੋਰਸ 5% ਪੇਸ਼ੈਂਟਸ ਦੇ ਆਪਸੀ ਸੰਭੋਗ ਕਰਨ 'ਚ ਅਸਮਰਥਾ, ਇਹ ਮਰਦਾਂ ਦੇ ਵਿੱਚ ਮੁੱਖ ਕਾਰਨ ਦੇਖੇ ਗਏ। ਮਰਦਾਂ ਦੇ ਵਿੱਚ ਤੇ ਔਰਤਾਂ 'ਚ ਕਾਰਨ ਲੱਭਣ ਤੋਂ ਬਾਅਦ ਜਿਹੜੀਆਂ ਇੰਟਰਨੈਸ਼ਨਲ ਟੈਕਨੀਕਸ ਆ ਜਿਹਦੇ ਰਾਹੀਂ ਅਸੀਂ ਸੰਤਾਨ ਸੁੱਖ ਦੀ ਪ੍ਰਾਪਤੀ, ਜਿਹੜਾ ਤੁਹਾਡਾ ਸਵਾਲ ਆ ਵੀ ਕਰਵਾਈ ਦੀ ਪੇਸ਼ੈਂਟ ਨੂੰ, ਉਹ ਆ ਜਿਹੜਾ ਫਰਸਟ ਲਾਈਨ ਆਫ ਟ੍ਰੀਟਮੈਂਟ ਆ ਉਹ IUI ਆ, ਇੰਟਰਾ ਯੂਟਰਾਈਨ ਇਨਸੈਮੀਨੇਸ਼ਨ IUI। ਇਹਦੇ ਵਿੱਚ ਅਸੀਂ ਔਰਤ ਦੇ ਐਗਸ ਬਣਾਈਦੇ ਆ ਤੇ ਹਸਬੈਂਡ ਦਾ ਸਪਰਮ ਕਾਊਂਟ IUI ਵਾਸਤੇ ਬੜਾ ਜ਼ਰੂਰੀ ਆ ਵੀ ਟਿਊਬਾਂ ਖੁੱਲੀਆਂ ਹੋਣ, ਸ਼ੁਕਰਾਣੂ ਦੀ ਮਾਤਰਾ ਠੀਕ ਹੋਵੇ ਤੇ ਅੰਡੇ ਬਣਦੇ ਹੋਣ। IUI 'ਚ ਅਸੀਂ ਸਪਰਮ ਵਾਸ਼ ਕਰਕੇ ਲੇਡੀ ਦੇ ਅੰਡੇ ਬਣਾ ਕੇ ਅਸੀਂ ਸਪਰਮਸ ਨੂੰ ਅੰਡਿਆਂ ਦੇ ਕੋਲ ਛੱਡ ਦਈਦਾ ਆ ਬਾਈ ਟੈਕਨੀਕ ਕਾਲ ਇੰਟਰਾ ਯੂਟਰਾਈਨ ਇਨਸੈਮੀਨੇਸ਼ਨ। ਐਂਡ ਇਹਦੇ ਨਾਲ 15 ਤੋਂ 20% ਮਰੀਜ਼ਾਂ 'ਚ ਬੱਚਾ ਠਹਿਰ ਜਾਂਦਾ ਹੈ। ਸਸਤੀ ਵਿਧੀ ਆ ਐਂਡ ਕਾਫੀ ਲੋਕ ਸਾਡੇ ਕੇਂਦਰ 'ਚ ਇਹਦੇ ਨਾਲ ਹੀ ਸੰਤਾਨ ਸੁੱਖ ਦੀ ਪ੍ਰਾਪਤੀ ਕਰਦੇ ਆ। ਬੇਔਲਾਦਪਨ ਦੇ ਹਨੇਰੇ ਨੂੰ ਦੂਰ ਕਰਨ ਦੀ ਇੱਕੋ ਇੱਕ ਰੋਸ਼ਨੀ ਦੀ ਕਿਰਨ ਵਿਰਕ ਫਰਟੀਲਿਟੀ ਸਰਵਿਸਿਜ਼। ਇੱਥੇ ICSI, IVF, IUI, ਡੋਨਰ ਬੈਂਕ ਅਤੇ ਹੋਰ ਤਕਨੀਕਾਂ ਦੁਆਰਾ ਬੇਔਲਾਦ ਜੋੜਿਆਂ ਦਾ ਇਲਾਜ ਕੀਤਾ ਜਾਂਦਾ ਹੈ। ਇੱਥੇ ਆ ਕੇ ਤੁਸੀਂ ਆਪਣੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ। ਇਸ ਕੇਂਦਰ ਵਿੱਚ ਕੰਮ ਕਰ ਰਹੇ ਮਾਹਿਰ ਡਾਕਟਰ ਦੀ ਟੀਮ ਅਤੇ ਟ੍ਰੇਨਡ ਸਟਾਫ ਆਧੁਨਿਕ ਤਕਨੀਕਾਂ ਦੁਆਰਾ ਆਪਣੀ ਸੇਵਾ ਸਮਾਜ ਨੂੰ ਪ੍ਰਦਾਨ ਕਰ ਰਿਹਾ ਹੈ। ਇਸ ਕੇਂਦਰ ਤੋਂ ਹਜ਼ਾਰਾਂ ਹੀ ਜੋੜੇ ਇਲਾਜ ਕਰਵਾ ਕੇ ਸੰਤਾਨ ਸੁੱਖ ਦੀ ਪ੍ਰਾਪਤੀ ਕਰ ਰਹੇ ਨੇ। ਇਸ ਤੋਂ ਅਗਲੀ ਜਿਹੜੀ ਵਿਧੀ ਆ ਦੈਟ ਇਜ਼ IVF, ਟੈਸਟ ਟਿਊਬ ਬੇਬੀ, ਬਹੁਤ ਹੀ ਅੰਤਰਰਾਸ਼ਟਰੀ ਵਿਧੀ ਆ। ਪਹਿਲੀ ਜਿਹੜੀ IVF ਬੇਬੀ ਆ ਉਹ 1978 'ਚ ਹੋਈ ਸੀ, ਲੂਇਸ ਬਰਾਊਨ ਤੇ ਰੋਬਰਟ ਐਡਵਰਡਸਨ ਇਹਦੇ ਡਾਕਟਰਸ। ਮੈਨੂੰ ਇੱਕ ਬੜਾ ਮੌਕਾ ਵਧੀਆ ਮਿਲਿਆ ਸੀ ਅਮਰੀਕਾ 'ਚ, ਮੈਂ ਇਹਨਾਂ ਨੂੰ ਮਿਲਿਆ ਵੀ ਹੈ ਤੇ ਇਹਨਾਂ ਦੇ ਨਾਲ ਕੰਮ ਵੀ ਕੀਤਾ ਆ। ਐਂਡ IVF ਦੇ ਵਿੱਚ ਕੀ ਕਰੀਦਾ ਹੈ ਵੀ ਇਹ ਉੱਥੇ ਇਲਾਜ ਕਰੀਦਾ IVF ਦਾ ਜਿੱਥੇ ਸ਼ੁਕਰਾਣੂ ਦੀ ਮਾਤਰਾ ਘੱਟ ਹੋਵੇ, ਟਿਊਬਾਂ ਬਲੌਕ ਹੋਣ ਐਂਡ ਆਪਸੀ ਸੰਭੋਗ ਰਾਹੀਂ ਬੱਚਾ ਨਾ ਹੋ ਰਿਹਾ ਹੋਵੇ ਤੇ IUI ਕੀਤੀ 3-4 ਵਾਰੀ ਬੱਚਾ ਨਹੀਂ ਠਹਿਰਿਆ ਤਾਂ ਅਸੀਂ ਉਹਨੂੰ IVF ਟੈਸਟ ਟਿਊਬ ਬੇਬੀ ਤੇ ਲੈ ਜਾਈਦਾ। ਠੀਕ। ਇਹਦੇ ਵਿੱਚ ਅਸੀਂ 10 ਦਿਨ ਉਹਨਾਂ ਦੇ ਅੰਡੇ ਬਣਾਈਦੇ, ਲੇਡੀ ਦੇ ਅੰਡੇ ਬਣਾ ਕੇ ਅਸੀਂ ਉਹਨਾਂ ਨੂੰ ਨੀਡਲ ਦੇ ਰਾਹੀਂ ਆਪਣੇ IVF ਥੀਏਟਰ 'ਚ ਬਾਹਰ ਕੱਢੀਦਾ ਆ ਐਂਡ ਹਸਬੈਂਡ ਦੇ ਸਪਰਮ ਲੈ ਕੇ ਵਾਸ਼ ਕਰਕੇ ਇਹਨਾਂ ਨੂੰ ਮਿਲਾ ਦਈਦਾ ਹੈ। ਸਪਰਮ ਤੇ ਐਗ ਜਿਹੜੇ ਅੱਗੇ ਮਿਲ ਨਹੀਂ ਸਕ ਰਹੇ ਸਨ, ਹੁਣ ਅਸੀਂ ਉਹਨਾਂ ਨੂੰ ਆਪਣੇ IVF ਰਿਸਰਚ ਲੈਬ ਦੇ ਵਿੱਚ ਮਿਲਾਈਦਾ ਤੇ ਜਦੋਂ ਇਹ 2 ਸੈੱਲ 4 ਸੈੱਲ 8 ਸੈੱਲ ਤੇ ਚਲੇ ਜਾਂਦੇ ਤੇ ਇਹਨਾਂ ਨੂੰ ਅਸੀਂ ਵਾਪਸ ਬੱਚੇਦਾਨੀ 'ਚ ਟ੍ਰਾਂਸਫਰ ਕਰ ਦਈਦਾ, ਜਿਹਨੂੰ ਅਸੀਂ ਐਂਬਰੋ ਟ੍ਰਾਂਸਫਰ ਕਰੀਦਾ। ਇਸ ਵਿਧੀ ਨਾਲ ਹੀ ਸੰਤਾਨ ਸੁੱਖ ਦੀ ਪ੍ਰਾਪਤੀ 35 to 40% ਕੇਸਸ 'ਚ ਹੈ ਐਂਡ ਬਹੁਤ ਹੀ ਵਧੀਆ ਟੈਕਨੀਕ ਆ। ਕਾਫੀ ਲੋਕ ਇਹਦੇ ਨਾਲ ਸੰਤਾਨ ਸੁੱਖ ਦੀ ਪ੍ਰਾਪਤੀ ਕਰ ਚੁੱਕੇ ਹੈ। ਇਸ ਤੋਂ ਜਿਹੜੀ ਅਗਲੀ ਟੈਕਨੀਕ ਆ ਵਿਚ ਇਜ਼ ਦ ਰੈਵੋਲੂਸ਼ਨਰੀ ਟੈਕਨੀਕ ਐਂਡ ਬੜੀ ਕ੍ਰਾਂਤੀਕਾਰੀ ਟੈਕਨੀਕ ਆ ICSI, ਇੰਟਰਾ ਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨ। ਇਹ ਮੈਨੂੰ ਇਹ ਵੀ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਆ ਵੀ ਉੱਤਰੀ ਭਾਰਤ, ਪੰਜਾਬ, ਹਿਮਾਚਲ, ਹਰਿਆਣਾ ਤੇ ਜੰਮੂ ਕਸ਼ਮੀਰ ਇਹਦੀ ਜਿਹੜੀ ਪਹਿਲੀ ICSI ਬੇਬੀ ਆ ਉਹ ਸਾਡੇ ਕੇਂਦਰ ਨੇ ਵਿਰਕ ਹਸਪੀਟਲ ਜਲੰਧਰ ਨੇ ਦਿੱਤੀ ਆ। ਇਹ ਵਿਧੀ ਉੱਥੇ ਅਪਣਾਈ ਦੀ ਆ ਜਿੱਥੇ ਸ਼ੁਕਰਾਣੂ ਦੀ ਮਾਤਰਾ ਬਹੁਤ ਘੱਟ ਹੋਵੇ, ਟਿਊਬਾਂ ਬੰਦ ਹੋਣ ਐਂਡ ਅੰਡਿਆਂ ਦੀ ਮਾਤਰਾ ਵੀ ਘੱਟ ਹੋਵੇ, ਉੱਥੇ ਵੀ ICSI ਵਿਧੀ ਦਾ ਇਸਤੇਮਾਲ ਕਰੀਦਾ ਹੈ। IVF ਤੋਂ ਫਰਕ ਇਹ ਆ ਵੀ ਇਹਦੇ ਵਿੱਚ ਅਸੀਂ ਇੱਕ ਖੂਬਸੂਰਤੀ ICSI ਦੀ ਇਹ ਆ ਵੀ ਜੇ ਹਸਬੈਂਡ ਦੇ ਸ਼ੁਕਰਾਣੂ ਨਿਲ ਆ ਤੇ ਇਹਨਾਂ ਨੂੰ ਡੋਨਰ ਸਪਰਮ ਤੇ ਜਾਣਾ ਪੈਂਦਾ ਹੈ ਵੀ ਸ਼ੁਕਰਾਣੂ ਬਾਹਰੋਂ ਲੈਣੇ ਕਿਸੇ ਦੇ। ਪਰ ICSI ਦੇ ਵਿੱਚ ਇੱਕ ਇਹ ਆ ਫੈਸਿਲਿਟੀ ਕਿ ਜੇ ਸਪਰਮ ਇਜੈਕੂਲੇਟ ਦੇ ਵਿੱਚ ਤੁਹਾਨੂੰ ਸ਼ੁਕਰਾਣੂ ਨਹੀਂ ਮਿਲ ਰਹੇ ਤੇ ਅਸੀਂ ਟੈਸਟਿਸ ਦੇ ਵਿੱਚ ਨੀਡਲ ਪਾ ਕੇ, ਟੀਜ਼ਾ ਕਹਿੰਦੇ ਇਹਨੂੰ, ਟੈਸਟੀਕੂਲਰ ਸਪਰਮ ਐਸਪੀਰੇਸ਼ਨ, ਟੈਸਟਿਸ ਚੋਂ ਸਪਰਮ ਕੱਢ ਕੇ ਅਸੀਂ ਉਹਦੇ ਵਾਈਫ ਦੇ ਅੰਡਿਆਂ ਨਾਲ ਮਿਲਾ ਕੇ ਉਹਨਾਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਕਰਾਈ ਦੀ ਹੈ। ICSI ਦੇ ਵਿੱਚ ਵੀ IVF ਵਾਂਗ ਅੰਡੇ ਬਣਾਏ ਜਾਂਦੇ ਆ, ਉਹਨਾਂ ਨੂੰ ਬਾਹਰ ਕੱਢ ਲਈਦਾ ਹੈ ਐਂਡ ਹਸਬੈਂਡ ਦੇ ਸਪਰਮ ਲੈ ਕੇ ਅਸੀਂ ਬੈਸਟ ਸਪਰਮ ਜਿਹੜਾ ਆਪ ਅੰਡੇ ਦੇ ਅੰਦਰ ਇੰਜੈਕਟ ਕਰੀਦਾ ਆ, ਇੰਟਰਾ ਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨ ਐਂਡ 4 ਸੈੱਲ 8 ਸੈੱਲ ਤੇ ਅਸੀਂ ਇਹਨੂੰ ਵਾਪਸ ਐਂਬਰੀਓ ਟ੍ਰਾਂਸਫਰ ਬੱਚੇਦਾਨੀ 'ਚ ਕਰ ਦਈਦਾ ਉਸ ਲੇਡੀ ਦੇ ਐਂਡ ਇਹਦੀ ਸਕਸੈਸ ਰੇਟ ਇਜ਼ ਵੈਰੀ ਹਾਈ। ICSI ਦਾ ICSI ਦਾ ਸਾਡੇ ਕੇਂਦਰ ਦਾ ਸਕਸੈਸ ਰੇਟ ਇਜ਼ ਮੋਰ ਦੈਨ 70%, ਜਿਹੜਾ ਕਿ IVF ਤੋਂ ਆਲਮੋਸਟ ਡਬਲ ਹੀ ਆ। ਉਹ ਲੇਡੀਜ਼ ਜਿੱਥੇ ਬੱਚੇਦਾਨੀ ਕੱਢੀ ਆ ਉਹਨਾਂ ਨੂੰ ਅਸੀਂ ਸਰੋਗੇਸੀ, ਪ੍ਰਾਈ ਕੁੱਖ, ਬਿਲਕੁਲ
ਉੱਤੇ ਲੈ ਜਾਈਦਾ ਵੀ ਹਸਬੰਡ ਦੇ ਸਪਰਮ ਲੇਡੀ ਦੇ ਸਪਰਮ ਬੱਚਾ ਤਿਆਰ ਕਰਕੇ ਸਰੋਗੇਟ ਮਦਰ 'ਚ ਪਾ ਦੇਈਦਾ। ਇਹ ਜੀ ਹੈਗੀਆਂ ਜੀ ਜਿਹੜੀਆਂ ਕਿ ਵਿਧੀਆਂ ਆ। ਮੈਂ ਸੁਣਿਆ ਕਿ ਇਸ ਟੈਕਨੀਕ ਦਾ ਇਲਾਜ ਜਿਹੜਾ ਹੈ ਬੜਾ ਕਾਸਟਲੀ ਹੈ, ਆਮ ਲੇਮੈਨ ਇਹਨੂੰ ਅਫੋਰਡ ਨਹੀਂ ਕਰ ਸਕਦਾ। ਤੁਸੀਂ ਸਾਨੂੰ ਇਹ ਵੀ ਦੱਸੋ ਕਿ ਕਿੰਨਾ ਕੁ ਖਰਚਾ ਆ ਜਾਂਦਾ ਹੈ? ਨੈਚੁਰਲੀ ਕਾਸਟ ਤੇ ਦੇਖੋ ਜੀ, ਤੁਸੀਂ ਅੱਜ ਤੋਂ ਹੁਣ 15 ਸਾਲ ਜਾਂ 20 ਸਾਲ ਪਹਿਲਾਂ ਜਦੋਂ ਤੁਸੀਂ ਆਪਣਾ ਕਾਰ ਜਾਂ ਸਕੂਟਰ ਲੈ ਕੇ ਜਾਂਦੇ ਸੀ ਤਾਂ ਵਾਟ ਵਾਸ ਦਾ ਕਾਸਟ ਆਫ ਦਾ ਪੈਟਰੋਲ, ਜੇ ਉਹ 3 ਗੁਣਾ ਜਾਂ 5 ਗੁਣਾ ਵਧਿਆ ਤੇ ਇਹ ਜਿਹੜੀ ਵਿਧੀ ਹੈ ਇਹਦੇ ਵਿੱਚ ਨੈਚੁਰਲੀ ਵਧਣਾ ਹੀ ਆ। ਬਟ ਇੰਨਾ ਕੁ ਵੀ ਨਹੀਂ ਆ। ਇਹ ਹਰ, ਜਿਸ ਤਰ੍ਹਾਂ ਤੁਹਾਡਾ ਸਵਾਲ ਸੀ ਵੀ ਇਹ ਆਮ ਜਿਹੜੇ ਨਾਗਰਿਕ ਆ ਉਹਨਾਂ ਦੀ ਪਹੁੰਚ 'ਚ ਹੈਗਾ ਕਿ ਨਹੀਂ, ਇਹ ਉਹਨਾਂ ਦੀ ਪਹੁੰਚ 'ਚ ਹੈ। ਡਾਕਟਰ ਸਾਹਿਬ, ਜਾਣ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਤੇ? ਤੁਸੀਂ ਇੱਕ ਸਾਇੰਟੀਫਿਕ ਸੈਂਟਰ 'ਚ ਜਾਓ ਜਿੱਥੇ ਕਿ ਅੰਤਰਰਾਸ਼ਟਰੀ ਲੈਵਲ ਦਾ ਇਲਾਜ ਆ ਬੇਔਲਾਦਪਨ ਨੂੰ ਦੂਰ ਕਰਨ ਵਾਸਤੇ। ਸੋ ਇੱਧਰ ਉੱਧਰ ਜਾਣ ਦੀ ਬਜਾਏ ਇੱਕ ਚੰਗੇ ਕੇਂਦਰ ਦੀ ਚੋਣ ਕਰਕੇ ਤੁਸੀਂ ਉੱਥੇ ਜਾਓ। ਐਂਡ ਇਹ ਵੀ ਦਿਮਾਗ 'ਚ ਨਹੀਂ ਰੱਖਣਾ ਵੀ ਬਹੁਤ ਮਹਿੰਗਾ ਆ, ਬੜੀਆਂ ਸਸਤੀਆਂ ਵਿਧੀਆਂ ਵੀ ਆ IUI, ਜਿਹਦੇ ਰਾਹੀਂ 15 ਤੋਂ 20% ਮਰੀਜ਼ ਇਹਦੇ ਰਾਹੀਂ ਸੰਤਾਨ ਸੁੱਖ ਦੀ ਪ੍ਰਾਪਤੀ ਕਰ ਲੈਂਦੇ। ਡਾਕਟਰ ਵਿਰਕ ਸਾਡੇ ਸਟੂਡੀਓ ਵਿੱਚ ਆਏ ਤੇ ਸਾਡੇ ਬੇਔਲਾਦ ਪੇਸ਼ੈਂਟਸ ਨੂੰ ਇੱਕ ਆਸ਼ਾ ਦੀ ਕਿਰਨ ਦਿਖਾਈ, ਨਵੀਆਂ ਟੈਕਨੀਕਸ ਦੇ ਨਾਲ ਜਾਗਰੂਕ ਕਰਵਾਇਆ। ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਬਹੁਤ-ਬਹੁਤ ਮੁਬਾਰਕਾਂ ਹੋਣ ਯਾਰ। ਥੈਂਕ ਯੂ ਸੂਰਜ। ਕੀ ਗੱਲ, ਬੜਾ ਉਦਾਸ ਨਜ਼ਰ ਆ ਰਿਹਾ? ਤੈਨੂੰ ਤਾਂ ਪਤਾ ਹੀ ਆ, ਸਾਡੇ ਵਿਆਹ ਨੂੰ 5 ਸਾਲ ਹੋ ਚੁੱਕੇ ਨੇ ਤੇ ਸਾਡਾ ਹਾਲੇ ਬੱਚਾ ਕੋਈ ਨਹੀਂ। ਦੇਖ ਰਿਆ, ਤੂੰ ਪਰੇਸ਼ਾਨ ਬਿਲਕੁਲ ਨਾ ਹੋ, ਆਸ਼ਾ ਦੀ ਕਿਰਨ ਹਾਲੇ ਵੀ ਹੈ। ਉਹ ਕਿਹੜੀ? ਬੇਔਲਾਦਪਨ ਦੇ ਹਨੇਰੇ ਨੂੰ ਦੂਰ ਕਰਨ ਦੀ ਇੱਕੋ ਇੱਕ ਰੋਸ਼ਨੀ ਦੀ ਕਿਰਨ, ਵਿਰਕ ਹਸਪੀਟਲ।